ਤੁਸੀਂ ਲੱਗ ਗਿਆ ਜੀ, ਹੁਣ ਬਿਲਕੁਲ ਲੱਗ ਗਿਆ। ਤੇ ਆਮਿਰ ਨਜ਼ੀਰ ਸਾਹਿਬ ਭੱਟ ਸਾਹਿਬ ਇਹ ਬੈਠੇ ਦੇ ਨੇ। ਆਮਿਰ ਨਜ਼ੀਰ ਸਾਹਿਬ ਬਾਕੀ ਸਾਰੇ ਅਸੀਂ ਥੱਲੇ ਲੈ ਜਾਵਾਂਗੇ, ਤੁਸੀਂ ਜਾਣੋ ਤੇ ਆਮਿਰ ਨਜ਼ੀਰ ਸਾਹਿਬ ਜਾਣਨ। ਲੇਕਿਨ ਅੱਛਾ ਲੱਗਿਆ ਮੈਨੂੰ ਤੁਹਾਡੀ ਗੱਲਬਾਤ ਨਾ, ਔਰ ਬੜਾ ਤੁਹਾਡੀ ਗੱਲ ਦੇ ਵਿੱਚ ਵਜ਼ਨ ਬੜਾ ਸੀ। ਇੰਨੀ ਵੱਡੀ ਥੋੜੀ ਸੁਣਾਣੇ ਤੇ ਵੀ ਵਿੱਚੋ ਸਾਰੇ ਇੰਨੀ ਕਦੇ ਗੱਲ ਨਾ ਕਰ ਨਹੀਂ ਦੇਣਾ, ਇੰਨੀ ਗੱਲ ਕਰ ਦੇਣਾ ਕਿ ਆਮਿਰ ਨਜ਼ੀਰ ਨੂੰ ਵੀ ਬੁਲਾ ਲਓ, ਇਹ ਬਹੁਤ ਬੜੀ ਗੱਲ ਹੈ। ਆਹੋ, ਪਰ ਹੁਣ ਫੁਰਸਤ ਨਹੀਂ ਹੈ ਉੱਤੇ ਅਮਨ ਦੀ, ਵਕਤ ਦੀ ਕਮੀ ਦੇ ਥਕਾਵਟ ਹੋ ਜਾਂਦੀ ਹੈ ਨਾ ਬੰਦੇ ਨੂੰ। ਜਾਂ ਥਕਾਵਟ ਦੇ ਬਾਅਦ ਕੀ ਆ ਰਹੇ। ਨਹੀਂ ਜੀ, ਫਿਰ ਅਸੀਂ ਨਾ ਹੀ ਸਮਝੀਏ। ਅੱਲਾਹ ਪਾਕ ਦੇ ਨੂੰ ਹਾਲ ਕਿਰਾਮ ਕਰਦੇ। ਮੈਂ ਤਾਂ ਦੱਸਿਆ ਇਹਨੇ ਸਿਸਟਮ ਦੇ ਬੈਨੀਫਿਸ਼ਰੀ ਇਹ WhatsApp ਜਿਹੜੇ ਨੇ, ਸਿਸਟਮ ਦੇ ਬੈਨੀਫਿਸ਼ਰੀ ਨੇ ਨਾ। ਇਸ ਵੇਲੇ ਨਹੀਂ ਨਾ ਇਹ ਛੱਡਣ ਜੋ ਨੇ, ਨਾ ਇਹ ਰੱਖਣ ਜੋ ਨੇ। ਸਾਡੇ ਆਦੇ ਇਹਨਾਂ ਨੇ ਕੰਮ ਕਰਦੇ ਰਹਿਣਾ, ਗੜੇ ਰਹਿਣਾ। ਇਹ WhatsApp ਤੇ ਹੁੰਦੇ ਸਨ, ਫਿਰ YouTube ਤੇ ਜਾ ਕੇ ਵਾਹ ਮਾਰਦੇ ਰਹੇ, ਫਿਰ YouTube ਤੇ, ਫਿਰ ਇੱਥੇ TikTok ਤੇ ਆ ਗਏ, ਫਿਰ ਇੱਥੇ ਛੱਡ ਕੇ YouTube ਤੇ ਤੁਰ ਗਏ। ਉੱਥੇ ਵੀ ਨਹੀਂ ਦਿਲ ਲੱਗਿਆ। ਫਿਰ ਇੰਝ ਅੱਗੇ ਟੁੱਟਿਆਂ ਦੀ ਜ਼ਿੰਦਗੀ ਇੰਝ ਗੁਜ਼ਰਦੀ। ਚਲੋ ਜੀ ਨਈਮ ਸਾਹਿਬ, ਹੁਣ ਤੁਸੀਂ ਆਪਣੀ ਗੱਲ ਕਰੋ, ਸਾਨੂੰ ਤੇ ਕੋਈ ਫਾਇਦਾ ਨਹੀਂ ਆਇਆ। ਮਲਕ ਨਈਮ ਸਾਹਿਬ ਉਹ ਕਿਹਾ ਵੇ, ਉਹ ਜਿਹੜਾ PDF ਵਾਲਾ ਕੰਮ ਕਰੋ। ਮਲਕ ਨਈਮ ਸਾਹਿਬ ਮੈਂ ਕੱਲ ਮਸਰੂਫ ਹੋ ਗਏ ਨੇ। ਉਹ ਜਿਹੜਾ ਬੁੱਢਾ ਸੁਣ ਲਈਏ ਗੱਲ। ਮੈਂ ਕਮਾਨ ਸੀ ਮੇਰਾ ਅਮਰ ਭਾਈ ਸੈਂਡ ਕਰ ਦਿਸਾਂ ਤੁਸੀਂ ਰਾਤ ਨੂੰ ਇਨਸ਼ਾਅੱਲਾ PDF ਬੜੀ ਮੁਕੰਮਲ ਸਾਰੀ। ਉਸ ਇੱਕ ਅਖਬਾਰ ਹੋਰ ਵੀ ਮੈਂ ਸ਼ਾਮਲ ਕੀਤਾ, ਉਸ ਤੋਂ ਬਾਅਦ ਨਾ ਪੈਗਾਮ ਸੁਲਹ ਦਾ ਇੱਕ ਹਵਾਲਾ ਹੋਰ ਵੀ ਸ਼ਾਮਲ ਕੀਤਾ ਆਖਰੀ। ਮੈਨੂੰ ਪਤਾ ਨਹੀਂ ਹੁੰਦਾ ਨਾ, ਜਿੱਥੇ ਪਏ ਸੀ ਨਾ ਪੈਗਾਮ ਸੁਲਹ, ਉਹ ਮੈਂ ਬਹਾਲ ਕਰ ਲਈ ਹੈ ਰੋਤ ਹੋ ਕੇ। ਅੱਲਾ ਕੀਤਾ ਕਵਰ ਕਰ ਲੈਣ ਮੈਂ ਅਖਬਾਰ, ਗੁੰਮ ਗਏ ਸੀ ਪੁਰਾਣੇ ਅਖਬਾਰ ਜਿਹੜੇ ਇਹਨਾਂ ਦੇ। एक नवा इल्ज़ाम लगा है आमिर भाई, नवा इल्ज़ाम लगा है कि मौलाना अमृतसरी का भी यही अकीदा था कि मसीह को सलीब पे चढ़ाया गया। उसे जो गदर छोड़ा गया ना, उसे जो गदर छोड़ा गया वो ही नहीं मिलता। हाँ ਬਾਦਸ਼ਾਹ ਇਹ ਹੁੰਦਾ ਬੰਦੇ ਦਾ ਝਾਕਾ ਜਿੱਥੇ ਭੱਜੇ ਨਾ, ਫਿਰ ਉਹ ਜੋ ਮਰਜ਼ੀ ਵਕਤ ਪਕਾਰੇ ਪਿਆ ਕਰੇ, ਫਿਰ ਉਹਨੂੰ ਕੋਈ ਪਾਬੰਦੀ ਨਹੀਂ। ਜਦੋਂ ਚਾਰ ਪਈਆਂ ਕਿੱਧਰ ਗਈਆਂ ਸਦਕੇ ਮੇਰੀਆਂ ਲੱਤਾਂ ਦੇ, ਐ ਹੀ ਬਿਸਤੀ, ਇਹਦਾ ਹੀ ਨਾਂ ਹੈ ਬਿਸਤੀ, ਇਹਦਾ ਹੀ ਨਾਂ ਚਿਤਰੋਲ ਹੈ। ਚਲੋ ਇਹਦੀ ਆਦੀ ਹੋ ਜਾਣਗੇ, ਅੱਗੋਂ ਫਿਰ ਪੇ ਕਰਾਂਗੇ, ਲੱਗੇ ਰਹੋ। ਅਸੀਂ ਆਪਣੇ ਹੁਣ ਹਰ ਬੰਦੇ ਦੇ ਬਾਰੇ ਝੂਠ ਬੋਲਣ ਕਰ, ਜਦੋਂ ਬੰਦਾ ਆਦੀ ਹੋ ਜੇ तो फिर वो बारे में दसिया कि मुस्लिम च हदीस आती है कि जब तुझ में हया ना रहे फिर जो चाहे कर, जो चाहे कह। लतीफ मीर ना को हदीस सुनाओ। लतीफ मीर है नहीं पता कि जिस तफसीर का नाम पे कहता वो अबुल फाद ये ही नहीं। जिहदी मर्जी पिया आखी जाए, जो परवाह है ही नहीं जिसका नाम पे कहता है। ਜਦੋਂ ਪਰਵਾਹ ਹੀ ਨਹੀਂ ਵੀ ਮੈਂ ਝੂਠ ਬੋਲਾਂਗਾ ਤੇ ਮੈਨੂੰ ਛਿੱਤਰ ਵੱਜਣਗੇ, ਮੇਰੀਆਂ ਫੋਟੋਆਂ ਟੰਗੀਆਂ ਹੋਣਗੀਆਂ, ਲੋਕੀ ਮੈਨੂੰ ਓਏ ਤੇ ਕੋਈ ਤੇ ਪਰਵਾਹ ਹੀ ਨਹੀਂ ਹੈ। अच्छा असा बड़ा खौफ आंदा है अमर भाई के हवाले असी हर तरह रीचेक करके तुझसे गुफ्तगू करते हैं, अपने मन ही के किदे ने हर तरह इन्ना कोई हया खौफ नहीं इन्हां च। ਤੁਹਾਨੂੰ ਇੱਜ਼ਤ ਆਪਣੀ ਅਜ਼ੀਜ਼ ਹੈ, ਤੁਹਾਨੂੰ ਪਤਾ ਹੈ ਵੀ ਜੇ ਗੱਲ ਗਲਤ ਨਿਕਲ ਆਈ, ਝੂਠੇ ਪੈ ਗਏ ਤੇ ਭੌਂ ਕੇ ਕਿਹੜੇ ਮੂੰਹ ਨਾਲ ਦੁਬਾਰਾ ਸੋਸ਼ਲ ਮੀਡੀਆ ਤੇ ਆਵਾਂਗੇ। ਬਿਲਕੁਲ
ਤੇ ਬੰਦੇ ਦੇ ਅੰਦਰ ਮਤਲਬ ਵੀ ਇਹ ਨਾ ਆਖੇ ਰੱਖ ਇਸ ਬੰਦੇ ਨੇ ਹਵਾਲਾ ਦਿੱਤਾ ਹੈ, ਜਿਹੜੀ ਗੱਲ ਦੱਸੀ ਸੋ ਹਵਾਲੇ ਵਿੱਚ ਸਾਬਤ ਨਹੀਂ ਹੁੰਦੀ, ਗੱਲ ਕੁਝ ਹੋਰ ਵੀ ਹੁੰਦੀ ਹੈ। ਆਹੋ ਪਾਕਿਸਤਾਨ ਮੇਰਾ ਇੱਕ ਯਾਰ ਹੁੰਦਾ ਸੀ ਤੇ ਉਹ ਕਹਿੰਦਾ ਸੀ ਵੀ ਬੰਦੇ ਦੇ ਅੰਦਰ ਇੱਕ ਸ਼ੈ ਹੁੰਦੀ ਹੈ, ਜਦੋਂ ਉਹ ਮਰ ਜੇ ਨਾ ਫਿਰ ਬੰਦਾ ਜੋ ਮਰਜ਼ੀ ਹਰਸ਼ਾ ਉਹਨੂੰ ਪਈ ਲੱਗਦੀ ਹੈ, ਦੁੱਧ ਪੀਏ ਲੱਗ ਜਾਂਦਾ ਹੈ, ਗੱਲ ਕਰੇ ਸੱਜ ਜਾਂਦਾ, ਉਹ ਚੜ ਜਾਂਦੀ ਹੈ, ਉਹ ਅੰਦਰ ਖੈਰ ਹੀ ਹੈ, ਝੂਠੀ ਨਹੀਂ ਕਹਦੀ ਤਾਂ ਕੀ ਹੋ ਜਾਏਗਾ, ਚਿੱਤਰ ਪੈਣਗੇ, ਅੱਗੇ ਵੀ ਪਏ ਨੇ ਕਈ ਵਾਰੀ, ਕਿਹੜਾ ਕੋਈ ਪਹਿਲੀ ਵਾਰੀ ਪੈਣ ਲੱਗੇ, ਆਦੀ ਹੋ ਜਾਂਦੇ ਨੇ ਬੰਦੇ, ਬੇਸ਼ਰਮ ਹੋ ਜਾਂਦੇ, ਢੀਠ ਹੋ ਜਾਂਦੇ। ਜਿਸ ਤਰ੍ਹਾਂ ਮੈਂ ਪੜਾਉਂਦਾ ਪਾਕਿਸਤਾਨ ਤੇ ਮੈਂ ਵੇਖਿਆ ਜਿਹੜੇ ਬੱਚੇ ਨੂੰ 2-3 ਵਾਰੀ ਫੈਂਟੀ ਲਾ ਲਈਏ ਨਾ, ਉਹ ਬੱਚਾ ਭੌਂ ਕੇ ਆਦੀ ਹੋ ਜਾਂਦਾ ਹੈ। ਉਹ ਅਗਲੀ ਵਾਰੀ ਆ ਕੇ ਨਾ ਉਹਨੂੰ ਆਖੀ ਸਬਕ ਸੁਣਾਓ, ਸਬਕ ਨਹੀਂ ਸੁਣਾਉਂਦਾ, ਹੱਥ ਬਾਹਰ ਕੱਢ ਕੇ ਆਂਦਾ ਵੀ ਐ ਇੱਥੇ ਮਾਰੋ, ਜਿਹੜੀਆਂ 4 ਮਾਰਨੀਆਂ ਨੇ ਮੈਂ ਖਾ ਕੇ ਤੇ ਜਾ ਕੇ ਉੱਥੇ ਬਹਿ ਜਾ ਬੈਂਚ ਤੇ, ਕਿਉਂਕਿ ਉਹਨੂੰ ਆਦਤ ਹੋ ਗਈ ਹੈ ਨਾ। ਬੰਦੇ ਨੂੰ ਆਦੀ ਨਹੀਂ ਹੋਣ ਦੇਣਾ ਚਾਹੀਦਾ, ਇਹ ਆਦੀ ਹੋ ਗਏ ਨੇ, ਸਬਕ ਸੁਣਾਉਣ ਦੀ ਬਜਾਏ ਹੱਥ ਕੱਢਦੇ ਨੇ ਬਾਹਰ ਵੀ ਇੱਥੇ ਇੱਥੇ ਆਮਨ 4, ਜਾਂ ਫਿਰ ਉਹ ਉਸਤਾਦ ਦੇ ਆਖਣ ਤੋਂ ਬਗੈਰ ਹੀ ਕੰਨ ਫੜ ਲੈਂਦੇ ਨੇ ਨਾ। लुकमान साहब जर्मनी वाले, मुझे पता है आपके साथ उस दिन मेरी बात हो रही थी। आज मौका अच्छा है, आप नीचे बैठे सुन रहे हैं। अगर आपने जहाद के मौजू पे बात करनी है, कोई और बंदा नहीं बोलेगा, आप एक बंदे के साथ 2-2 मिनट का टाइम रख कर बात कर सकते हैं। उस दिन उन्होंने मुनाजरा नहीं किया, हमें ऊपर लिए ही नहीं, तो आज मौका अच्छा है, आप ऊपर आ जाएं। आपका जो भी क्वेश्चन है आप बैठ के सीखते हैं, आप भी सीखेंगे, मैं भी सीखूंगा, बाकी लोग भी सीखेंगे। आ जाएं आप ऊपर। बाकी हम ज़्यादा मर्जियों को तो ऊपर उठाते नहीं हैं, वो नीचे ही बैठ के टिप टिप करें, वीडियो सुने, रिकॉर्डिंग करें, हम तो अपना काम कर रहे हैं। ਗੱਲਬਾਤ ਕਰਾਣੀ ਤੇ ਮੌਲਵੀ ਜ਼ਿਆਰ ਸੂਲ ਨਾਲ ਕਰਾਇਓ, ਜਿਹਦੀ ਕਰਾਣੀ ਹੈ। ਮੈਂ ਤੇ ਥੋੜੀ ਦੇਰ ਰਹਿ ਗਈ ਘਰ ਪਹੁੰਚਣਾ, ਤੇ ਮੈਂ ਤੁਹਾਨੂੰ ਕੱਲ ਆ ਕੇ ਗੱਲਾਂ 2 ਸੁਣਾ ਦਿਆਂਗਾ ਨਵੀਆਂ, ਜਿਹੜੀਆਂ ਅਸੀਂ ਨਹੀਂ ਸੁਣੀਆਂ ਹੋਣ ਲੱਗੀਆਂ। ਤੇ ਗੱਲਬਾਤ ਮੌਲਵੀ ਜ਼ਿਆਰ ਸੂਲ ਦਾ ਸਟੈਮਨਾ ਚੰਗਾ ਹੈ। वो कह रहे हैं मैं काम ते हैं, जॉब ते हैं फिलहाल। चलो, जब भी आपका दिल करे आप आ जाना। ट्रूथ सीकर भी कह रहा था कि मेरे पास हवाले मौजूद हैं, आप जब कहेंगे मैं दे दूंगा। देंदा नहीं है। ਉਹਨੂੰ ਕਿਉਂ ਨਹੀਂ ਦਿੰਦਾ, ਜਿਹਦੀ ਧੋਤੀ ਸਾਰੀ ਲੈ ਗਈ ਵਿਚਾਰੇ ਦੀ, ਉਹਨੂੰ ਕਿਉਂ ਨਹੀਂ ਦੇ ਕੇ ਕੱਜਦਾ, ਉਹਨੂੰ ਹਵਾਲੇ ਦੇ ਤਾਂ ਕਿ ਉਹਦਾ ਕੱਜਣ ਹੋਵੇ। ਉਹ ਨੰਗਾ ਪਿਆ ਹੁੰਦਾ ਵਿਚਾਰਾ ਇੰਨੇ ਦਿਨਾਂ ਦਾ, ਉਹਨੂੰ ਦੇ ਹਵਾਲੇ। ਉਹ ਕਿਹੜੇ ਹਵਾਲੇ ਨੇ ਜਿਹੜੇ ਸਿਰਫ ਤੂੰ ਹੀ ਪੇਸ਼ ਕਰ ਸਕਦੇ ਨੇ? ਚਲੋ ਠੀਕ ਹੈ ਅਮਰ ਭਾਈ, ਮੁਫਤੀ ਸਾਦਕ ਦੀ ਸਟੋਰੀ ਤੁਹਾਨੂੰ ਮੈਂ ਭੇਜਾਂਗਾ। ਇਹਨਾਂ ਦੇ ਘਰ ਦੀ ਛਪੀ ਹੈ ਜੀ। ਦੋਏ ਇਸ ਦੀ ਇਹ ਬਾਇਓਡਾਟਾ ਵੀ ਜਿਹੜੀ ਸੀ, ਸ਼ਾਦੀਆਂ ਕੀਤੀਆਂ ਨੇ ਵੀ, ਤੇ ਇਹ ਦੂਜੀ ਵੀ, ਉਹ ਏਥਰ ਅਲੀ ਤੇ ਫਰੈਡਰਕ ਇਹਦਾ ਪੁੱਤਰ ਸੀ, ਜਿਹੜਾ ਜਿਹਨੂੰ ਕਿਤਾਬਾਂ ਭੇਜੀਆਂ ਸੀ ਆਪਣੀਆਂ। चलो, मेरी तो अब मीटिंग है, तो मैं फिर आता हूँ थोड़ी देर। ਤੁਸੀਂ ਮੀਟਿੰਗ ਅਟੈਂਡ ਕਰੋ। ਸਾਡੇ ਬਜਾਏ ਜਿਹੜੇ ਦੂਜੀਆਂ ਬਲਾਡਾਂ ਦੇ ਕੋਲ ਜਾਂਦੇ ਨੇ ਤਾਂ ਕਿ ਉਹਨਾਂ ਨੂੰ ਕੋਈ ਮਸਾਲੇ ਵਾਲੀ ਸ਼ਹਿਰ ਤੇ
अभी मैं हूँ अभी इधर इस पे बात आप करें आप जी जज़ाकल्लाह बजा सर। पहले तो यहाँ पे आप वो अल्फाज देखें जो अल्लाह ताला ने जिनका इंतखाब किया, मोमिन और काफिर। काफिर उसको कहते हैं जो सरकश है या वो इनकारी है, अतात कबूल नहीं करता, और मोमिन वो कबूल करता है और जिसके ज़रिए से अमन फैलता है। इस तरह इसको आसानी से आप समझ सकेंगे। तो हर वो शख्स जो अपनी खराफात आपके ऊपर असरअंदाज कर सकता है, ऐसे शख्सों से बचने का इस्लाम ने हुक्म दिया है। ठीक है, वो चाहे ज़ाहिरन मुसलमान ही क्यों ना हो, हज़रत सल्लल्लाहु अलैहि वसल्लम को नबी मानता है, इस्लाम को आखिरी मज़हब मानता है, ऐसा मज़हब मानता है जो सच्चा है, कुरान को आखिरी किताब मानता है, सब कुछ करता है, लेकिन उसके इरादे, उसकी सोच और उसका बातन जो है वो साफ नहीं है, और वो आपको अपने साथ किसी भी किस्म के गलत काम में मुलव्वस कर सकता है। उसकी कुव्वत मुअस्सरा इतनी ज़्यादा है कि वो आपको मजबूर कर देगा इस बात पे कि आप उसके साथ शामिल हो जाएं। तो ऐसे लोगों से फिर मना किया है कुरान मजीद ने, बचने का हुक्म दिया कि ऐसे लोगों से बचो जो अपनी ताकत से तुम्हें गलत कामों पे उकसाते हैं, और फिर हमारी तरह बात सादा लोग होते हैं वो उनकी बातों में आ भी जाते हैं। इसकी मिसाल, बेहतरीन मिसाल आप पाकिस्तान में देख लें कि कितने सारे के सारे तो नहीं मैं समझता कि वो उस किस्म के लोग, सारे के ख़ास चंद एक लोग हैं जो इस किस्म की सिफात के हैं, वो उकसाते हैं अहमदियों के ख़िलाफ़ लोगों को, और एक मजमा और एक भीड़ इकट्ठी हो जाती है किसी भी जगह पे। तो ऐसे लोगों से अल्लाह ताला ने बचने का हुक्म दिया था। उसमें ज़रूरी नहीं कि वो गैर मज़हबी हो, हम मज़हब भी होते हैं बाज़ दफ़ा। तो ये मुख्तसर सा मेरा जवाब है। बाकी आप सब आलिम दोस्त हैं, अपनी अपनी जो है वो तशरीह पेश कर सकते हैं। यानी हर वो गलत काम जो है, जो मैंने हाथ रोक लेना है, पीछे कर लेना है, मैंने उन लोगों से जो काफरों में अगर मैं पाता हूँ तो मैंने उस कामों में जो है ना दोस्ती नहीं करनी है, यानी साथ नहीं चलना है, वो नहीं करने हैं। सिंपल सी बात, समझ गया मैं। इसमें गैर मज़हब, मैंने बताया गैर मज़हब शामिल नहीं है इसमें अमूमी और जनरल बात की गई है। इसमें यहूदियों को, ईसाइयों को या फिर हिंदुओं को ऐसे किसी को नहीं किया। अल्लाह ताला ने जस्ट एक क्लैरिफिकेशन दी इस रंग में कि मोमिन जिससे लोग अमन में रहते हैं उसको दोस्त बनाओ, और काफिर वो जो शर कान में जिनके जो वो समझते हैं और फिर वो वही भी उनकी ज़बान में होती है। मिर्जा साहब खुद पंजाबियों में आए हैं, अरबी इल्हाम इनको हो रहे हैं जिनका मतलब भी बिस्मिल्लाहिर्रहमानिर्रहीम। हम मुताला कर रहे थे वेदों का। वेदों के हवाले से हमने कहा था कि एक तहरीक पैदा हुई थी आर्य समाज की, पैदा की हुई, अभी भी मौजूद है। एक अच्छी तहरीक थी भारत हिंदुओं में, इस्लाह की तहरीक थी कि बुत परस्ती को छोड़ दें, मंदिरों से जान छुड़ा लें, पंडितों से जान छुड़ा लें, वेद पढ़ें, इसमें तो ईद का हुक्म है। ये बेसिकली उसमें जो बुनियादी लिटरेचर पैदा किया ये स्वामी दयानंद सरस्वती साहब, इनकी किताब है सत्यारत प्रकाश। ठीक है, तो ये खैर इसका मुस्तनद उर्दू तर्जुमा है। ये भी बड़ा मसला होता है कि ये तर्जुमा कौन सा आपने दिया है, और ये कोई बहुत पुराना तर्जुमा है।
तब 10,000 पब्लिश हुआ था, बड़ी बात है, बड़ा काम किया इन्होंने। लाहौर से पब्लिश हुआ, गिलानी प्रेस। बिस्मिल्लाहिर्रहमानिर्रहीम। जी, हम सीरत का मुताला कर रहे थे, मदनी दौर का, और उसमें ख़ास तौर पे ग़ज़वात का। तो लास्ट टाइम हमने बनु नज़ीर का मुताला किया था, बनु कै बड़ा ग़ज़वा। इसके बाद तो मतलब हम तो हिस्टोरिकली चल रहे हैं ना कि क्या क्या वाक़यात किस तरह से हुई है, किस तरतीब से हुई है। ख़ास तौर पे सीरत को, आप वसल्लम की बायोग्राफी को हम तारीख़ी अंदाज में पढ़ रहे हैं। तो हुर्मत खमर और क़िमार, शराब की हुर्मत, और इसी तरह से जुए की हुर्मत जो है, ये कहा जाता है कि बनु नज़ीर के मुहासरे के दौरान ही हुई थी, तकरीबन 4 हिजरी में। हज़रत अनस रज़ी अल्लाह अन्हु से रवायत है कि वो हज़रत अबू उबैदा, मुआज़ बिन जबल, अबू तलहा, सुहैल बिन बैज़ा, अबू दजाना, ये लोग मौजूद थे, तो इनको वो शराब पिला रहे थे। शख्स ने ऐलान जो मटके थे वो तोड़ दिए, ने वज़ू किया और बाद ने गुस्ल किया और बाद ने खुशबू भी लगाई। शराब मदीना की गलियों में पानी की तरह बह रही थी, तो तदरीजन हुर्मत आई इसकी, असल बात यह। लेकिन जब एक दफ़ा आ गई तो फिर साहबा ने उसको छोड़ दिया। लेकिन जब हुर्मत इसकी आ गई तो फिर आप सल्लम की तरफ से काफ़ी सख्त अहकामात आ गए। ख़ास तौर पे जो लानत भेजी गई शराब के हवाले से, वो दूसरे जराइम के हवाले से नहीं मिलती, और 10 एतबार से लानत की गई ना, कि एक तो यह है कि ख़ुद शराब के ऊपर इसको मलऊन मशरूब करार दिया गया, फिर इसका पीने वाला, पिलाने वाला, बेचने वाला, ख़रीदने वाला, नचोड़ने वाला, नचड़वाने वाला, उठाने वाला, उठवाने वाला, कीमत खाने वाला। उसकी वजह यह है कि उम्मुल ख़बाइस है, तमाम बुराइयों की जड़ है। ड्रग्स एडिक्शन के बाद इंसान अडल्ट्री की तरफ जाता है, जिना की तरफ जाता है, कत्ल व गारत की तरफ जाता है। तो अब वो बंदा जिसकी ज़िंदगी में मल्टीपल जो है वो सिंस हो, गुनाहों की दलदल में फंसा हो, सबसे पहले उसको नशे से निकालते हैं, वरना कोई चीज़ वर्क नहीं करेगी। कि नशा क्या करता है, वो एक हदीस भी है ना, बल्कि हज़रत उमर रज़ी अल्लाह अन्हु से रवायत है कि आप सल्लल्लाहु अलैहि वसल्लम के खजूर से बनती थी, खजूर से, गंदम से, जौ से, शहद से। लेकिन याद रखो कि हर वो चीज़ खमर जो अकल पे पर्दा डाल दे। अब मतलब ये नहीं कि अब इन चीज़ों से नहीं बन रही तो वो खमर नहीं है, ठीक है। आजकल तो वो बल्कि ये जो पाउडर की सूरत में होती हैं वो ज़्यादा बल्कि नशावर होते हैं। तो हुर्मत खमर और क़िमार के बाद एक वाक़या हुआ अहले यमन के इस्लाम कबूल करने का। हज़रत अली रज़ी अल्लाह अन्हु को आप सल्लल्लाहु अलैहि वसल्लम ने यमन की तरफ भेजा था, तो उन्होंने इस्लाम कबूल कर लिया। तो हज़रत अली ने आपको ख़त लिख कर इत्तला दी, तो अल्लाह के रसूल सल्लल्लाहु अलैहि वसल्लम इसको सुनती सजदे में गिर गया। तो ये भी बनु नज़ीर के बाद का वाक़या। बनु नज़ीर के बाद जो एक मार्का हुआ वो बदर सग़रा कहलाता है, ठीक है। एक तो बदर हुआ था 2 हिजरी में, फिर 3 हिजरी में उहद हुआ, तो एक और बदर हुआ जो कि 4 हिजरी में हुआ, उसको बदर सग़रा कहते हैं। असल बदर को बदर खुबरा कहते हैं। बदर सग़रा इसलिए कहते हैं कि इसमें जंग नहीं हुई, क्योंकि हज़रत अबू सुफियान जो ईमान नहीं लाए थे, तो उन्होंने मक्का वापस जाते वक्त चैलेंज दिया था मुसलमानों को कि जी अगले साल फिर बदर में जमा होंगे। तो आप अलैहिस्सलाम ने हज़रत उमर रज़ी अल्लाह अन्हु से कहा था कि आप इन्हें जवाब दें अबू सुफियान को कि हम ज़रूर आएंगे अगले साल, इंतज़ार करेंगे बल्कि आपका। अब अगले साल जो है वो अबू सुफियान उनका जो है वो जंग पे दिल आमादा ना हुआ, लेकिन उन्हें अपने कहने की लाज भी रखनी थी। तो लिहाजा वो क्या करते थे, तो मदीना जाने वाले अफराद को ये कह देते थे कि मदीना में जाके कहें कि जी अहले मक्का ने बड़ी तैयारी कर रखी है, ठीक है। तो इस तरह से अपने जासूस भी इर्द गिर्द फैला दिए ताकि वो कहें कि जी मतलब बड़े तैयार हैं, उनकी हैबत का डंडोरा पीटे।
ہمارے یہاں بھی کرتے ہیں نا، وہ پریڈز وغیرہ ہوتی ہیں، اس لیے ہوتی ہیں، اس میں اصلی کی نمائش کی جاتی ہے، وہ قوم کو تھوڑا دکھایا جاتا ہے، مخالف قوم کو دکھایا جاتا ہے کہ بھائی ذرا احتیاط سے، تو اس لیے دکھایا جاتا ہے کہ حملہ کرتے ہوئے ذرا محتاط رہے، جلدی حملہ نہ کرے۔ تو نعیم بن مسعود اشجعی کے بارے میں آتا ہے، ایک شخص، روایتوں میں ان کا ذکر ملتا ہے کہ یہ شخص مکہ آیا تو یہ پروپیگنڈا کرنے میں بے مثال تھا، مطلب پروپیگنڈا کرنے والے بھی وہاں پر ہوتے تھے، مطلب ادھار پہ کرائے پہ مل جاتے تھے، جیسے ہمارے ہاں وہ سوشل میڈیا انفلوئنسر ہوتے ہیں نا، سوشل میڈیا ہاں یہ پالیٹیشین یہی تو کرتے ہیں۔ اب امریکہ کے انتخابات ہونے شاید آگے نومبر میں، تو انہوں نے کیا کرنا ہے، یہ سوشل میڈیا انفلوئنسر کو پکڑنا ہے، خریدنا ہے ان کو، صحافی خرید لیتے ہیں ہمارے ہاں، پولیٹیکل پارٹی یوں ہی کرتی ہیں، صحافی خرید لیے، جج خرید لیے، ٹھیک ہے، تو بس یہ شروع سے ہی سمجھیں کہ چلا آ رہا ہے سارا معاملہ۔ تو حضرت ابو سفیان نے اس سے کہا، نعیم بن مسعود اشجعی سے، کہ ہم مسلمانوں کے لیے ایک بڑا لشکر تیار کر رہے ہیں۔ تو اس نے کہا میں تو تمہیں یہ اطلاع دینے کے لیے آیا ہوں کہ مسلمانوں کے پاس بڑے بے تحاشا گھوڑے ہیں اور بڑا انہوں نے اسلحہ جمع کر لیا، اور ان کے ساتھ تو جو ہے نا قبیلے کے لوگ بھی جو ہے وہ ملے ہوئے ہیں، اب مطلب یہ بھی تو وہ اپنا آ کے دی، یہ وہ اب مطلب میری خدمات لو تو اب وہ اس لیے بھی اس قسم کا مبالغہ کرتے تھے، حالانکہ مسلمانوں نے اس کو کوئی اپوائنٹ تھوڑا کیا تھا کہ جا کے تم یہ بڑک مار کے آؤ، ٹھیک ہے۔ تو وہ سوشل میڈیا والا آئے گا نا تو وہ آ کے آپ کو کہے گا اچھا چینل بنایا ہوا ہے، نہیں چلے گا، نہیں چلے گا، میں بتاتا ہوں کیسے چلے گا، خدمات لیں تو وہ یہی معاملہ تھا۔ مسلمان تو بڑی تیاری کر کے بیٹھے ہیں، بڑا گھوڑے، اسلحہ اور یہ اور وہ، جو ہے نا قبیلے کے لوگ بھی ان کے ساتھ شامل ہو گئے۔ اب ابو سفیان جو ہے وہ تھوڑا سا ڈر گیا، کہنے لگے یار ہمارے یہاں تو قحط پڑا ہوا ہے، تو پھر ہم جنگ مؤخر ہی کر دیتے ہیں، پھر نہیں لڑتے۔ تو لیکن یہ ہے کہ میں یہ بھی چاہتا ہوں کہ وعدہ خلافی مسلمانوں کی طرف سے ہو، ہماری طرف سے نہ ہو۔ تو اب ابو سفیان نے بجائے اس کے کہ وہ خود کہتے کہ جی مجھے رکھو، ابو سفیان نے کہا کہ ہم تمہیں رکھتے ہیں، تم ہماری طرف سے مدینہ میں جا کے یہ اعلان کرو، ڈنڈورا پیٹو کہ ہم نے بڑی جنگی تیاری کی، افواہیں پھیلاؤ، 20 اونٹ تمہیں دیں گے، اور وہ ابھی سے میں نے ان کو دے دیے، سہیل بن عمر کو دے دیے، یہ تیرے ہو گئے بس۔ تو وہ ایک اونٹ ان کو ویسے ہی دے دیا ہے۔ وہ ابو نعیم صاحب جو ہے وہ تیز رفتار اونٹ لے کے مدینہ پہنچ گئے، ادھر سے عمرہ کیا، سر مونڈ کر مدینہ پہنچے، جی میں تو عمرہ کر کے آ رہا ہوں۔ اب اہل مدینہ والے نے بھی پوچھ لیا بھائی مکے والوں کا کیا حال ہے، وہ جو بڑے لشکر تیار کیے ہیں، بڑی تیاری کر رہے ہیں، یہ وہ، ان کا تو مقابلہ ممکن ہی نہیں ہے، تو لہذا آپ مدینہ کے اندر ہی رہو، باہر نکلنے کی ضرورت نہیں ہے، ورنہ سارے مارے جاؤ۔ تو وہ جو بھی انہوں نے ان کو سمجھایا تھا، تو انہوں نے اس طرح سے نقشہ کھینچا کہ مدینہ کی فضا میں جو ہے وہ خوف پھیل جائے۔ تو اب بعض مسلمان خوف کا شکار بھی ہو گئے، لیکن حضرات شیخین نے، حضرت ابوبکر، حضرت عمر رضی اللہ عنہما نے کہا کہ اللہ کے رسول صلی اللہ علیہ وسلم ہمیں ضرور جانا چاہیے، ہمیں اپنی کمٹمنٹ پوری کرنی ہے، بدر میں ہم نے پہنچنا ہے، وہ آتے یہ ان کے اوپر ہے۔ تو مدینہ کے انتظام آپ صلی اللہ علیہ وسلم نے پھر عبداللہ بن ابی جو منافقوں کا سردار تھا، اس کے بیٹے تھے عبداللہ، وہ سچے اور صالح مسلمان تھے، ان کے حوالے کیا، اور پھر شعبان 4 ہجری میں 1500 کے قریب اسلامی لشکر تھا جو کہ روانہ ہوا، جھنڈا حضرت علی رضی اللہ عنہ کے پاس تھا۔ تو یہ مدینہ سے یہ نیچے بدر ہے، مقام بدر کا جو ہے یہ نیچے کی طرف ہے۔ اچھا یہاں یہ کام نہیں کر رہا ہے، چلیں بہرحال ایرو یہ جو ہے نا، جو گرین کلر کا ایرو لگا ہوا ہے، ٹھیک۔ تو وہ جو تھے نا نیچے مکہ مکرمہ، یہ نیچے جو گرین سٹار ہے نا نیچے مکہ مکرمہ، یہاں سے اوپر یہ جو مقام ہے مر الزہران کا، بالکل قریبی مکہ سے، قریش کا لشکر یہاں تک آیا تھا، مر الزہران۔ تو حضرت ابو سفیان کا جو لشکر تھا وہ 2000 سپاہیوں اور 50 گھوڑوں کے ساتھ تھا۔ تو یہ مکہ سے 22 کلومیٹر کے فاصلے پر ہے، یہ جو ریڈ کلر کے ایرو لگے ہیں نا نیچے، تو یہاں مر الزہران کے قریب ایک چشمہ تھا، تو یہاں پہ وہ ٹھہرے تھے۔
قریش کے حالات بھی اچھے نہیں تھے. مسلمانوں نے ایک تو اکنامک بلاکیج کی ہوئی تھی, ہر قافلے کے راستے میں تو مسلمان بیٹھے ہوتے تھے, تو قحط ان کے یہاں پڑ چکا تھا, ویسی بھی بارشیں نہیں ہو رہی تھی. تو یہاں تک آ کے ان کی ہمت جواب دے گی, تو یہ واپسی کا سوچنے لگے. اور پھر قحط سالی ہم نہیں لڑ سکتے, جنگ کے لیے جو ہے وہ یہ موضوع نہیں ہے, یہ موسم اور یہ حالات. خیر بہرحال پھر ان کی جو ہے نا وہ ان کے ہاں خود ہی اس جنگ کا نام پتہ نہیں مسلمانوں نے نام دیا یا خود سے پڑ گیا, اس کا نام پڑ گیا جیش السویق, ستو پینے والا لشکر. مطلب یہ مر و زہران پہ صرف ستو پینے آئے تھے, ستو پی کے چلے گئے. تو ایک تو پہلے بھی کسی سرایا کا نام تھا جس میں وسط اللہ رکھا. ہاں اس میں بھی تھا. ہاں وہ تو یہ تھا نا کہ ستو کے انہوں نے وہ توڑے پھینکے تھے. تو قریش میں اس سے پتہ چلتا ہے کہ ستو پینے کا رواج کافی تھا. تو صحابہ نے بدر کے میدان میں, بدر کے قریب اس وقت کچھ آبادی تھی, تو چھوٹا سا شہر بھی آباد تھا. تو قافلے چونکہ گزرتے تھے تو وہ شام کی طرف جو جاتے تھے ان کے روٹ پہ پڑتا تھا. پرانی بستیاں تو غیر آباد ہو گئی ہیں. خیر 8 روز پھر صحابہ نے وہاں قیام کیا. ان دنوں میں وہاں پہ کوئی میلہ بھی لگتا تھا دور جاہلیت کا, تو وہ وہاں کافی زیادہ تجارت ہوئی. تو حضرت عثمان رضی اللہ عنہ کہتے ہیں کہ میں نے 1 دینار کے بدلے میں 2 دینار کمائے. قرآن نے بھی اس کا تذکرہ کیا وہ سورہ آل عمران کے اندر نا, کہ اللہ کا فضل لے کے تم واپس لوٹے. تو اس سے مراد یہی ہے. پھر ایسے میں ایک مشرک سردار بھی آیا, اس کا نام محشی بن عمرو ضمری تھا. تو ایک اور غزوہ تھا, غزوہ ودان, اس کے موقع پہ آپ صلی اللہ علیہ وسلم نے اس سے مصالحت کی تھی, لیکن اب اس کا دل یہ تھا کہ آپ سے مصالحت کو توڑے اور قریش کی طرف ہو جائے. تو آ کے اس نے آپ سے بات چیت کی, تو اللہ کے رسول صلی اللہ علیہ وسلم کو اندازہ ہو گیا اس کی بات چیت سے کہ اس کا دل اس طرف چاہ رہا ہے. اللہ کے رسول صلی اللہ علیہ وسلم نے کہا بھائی قریش تو آئے نہیں, تو میرے خیال میں تمہارے ساتھ کوئی 2 ہاتھ ہو جائے. کہنے لگا نہیں مطلب معاہدہ ٹھیک ہے ہمارا. اس کو بات سمجھ میں آ گئی. تو خیر بہرحال اس طرح سے لوگوں کو مطلب وہ ایک روب رکھنا پڑتا تھا. ہر کچھ عرصے کے بعد ان کے اندر ایک خواہش پیدا ہو جاتی تھی کہ کسی طرح سے نا ہم یہاں پہ کوئی نہ کوئی مارکا جو ہے وہ سر انجام دے دیں. بنو خزاع, یہ جو خزاع جو ہے, یہ خزاع مکہ مکرمہ کے آؤٹ سکرٹ میں موجود تھے. بنو خزاع یہ وہی تھے پہلے جن کے پاس مکہ کی حکومت تھی, پھر قریش نے ان سے لے لی تھی. تو یہ مکہ کے ارد گرد جا کے آباد ہو گئے تھے. تو ان کا ایک تاجر تھا, اس کا نام تھا معبد بن ابی معبد خزاعی. تو یہ بھی وہاں بدر کے میلے میں شریک تھا. واپسی مکہ آنے پر اس نے اہل مکہ کو اسلامی لشکر کے بارے میں خبر دی کہ جی وہ 2000 لوگوں کے اوپر مشتمل تھا, اور اس نے بتایا کہ جی اللہ کے رسول صلی اللہ علیہ وسلم کی اس کے ساتھ کیا گفتگو ہے ضمری کے ساتھ, اس کو آپ صلی اللہ علیہ وسلم نے دھمکی بھی دی ہے. تو اب قریش کو شرمساری ہوئی کہ مسلمان تو وہاں پہنچ گئے اور ہم نے کہا تھا کہ جی ہم پہنچیں گے, ٹھیک ہے. تو وہ ہوتا ہے نا گلی میں بچے کی لڑائی ہو جائے, کہتا ہے آنا پھر شام کو آنا, کل آنا پھر دیکھیں گے. اب اگلا تو پہنچ جائے. تو وہ بیچارہ پھر گلی میں نکلنے کی جگہ نہیں نہ رہ جاتا. تو اب یہ پھر قریش کو یہ شرمساری وغیرہ ہوئی, تو کہ مسلمان یہ سوچیں گے کہ ہم بزدل تھے, وعدہ خلاف تھے. خیر مسلمان جب واپس پہنچے ہیں تو حضرت عثمان رضی اللہ عنہ اور حضرت رقیہ جو آپ صلی اللہ علیہ وسلم کی بیٹی تھی, تو ان کے ایک بیٹا تھا, اس کا نام تھا عبداللہ. یہ بات ہے اس کی آنکھ میں مرغ نے چونچ مار دی, تو وہ زخم اس بچے کا بگڑ گیا, اس سے وفات ہو گئی. تو وہ 6 برس کی بچے تھے. تو آپ صلی اللہ علیہ وسلم نے خود ان کی نماز جنازہ پڑھائی, اور قبر میں جو ہے ہاں حضرت عثمان رضی اللہ عنہ کا نا ایک بیٹا تھا 6 سال کا, یعنی آپ صلی اللہ علیہ وسلم کا نواسا کہنے. وہ مرغ نے نا اس کے آنکھ میں چونچ مار دی تھی, مرغ نے, اس سے وہ بچہ بیمار پڑ گیا, زخم اس کا بڑھ گیا. پرانے زمانے میں اب ظاہری بات ہے طب وغیرہ کا علم اتنا وہ نہیں تھا, شرح اموات زیادہ تھی. پرانے زمانے میں شرح اموات زیادہ ہوتی تھی.
وہ بچے کی پھر اسی سے ڈیتھ ہو گئی. 6 سال کا بچہ تھا. عبداللہ نام تھا. تو آپ وسلم نے اس کی جنازہ پڑھائی. اور یہ اس وقت کا مطلب جب آپ واپس آئے ہیں نا اس سے بدر صغرا سے جب آپ واپس آئے تب کا معاملہ. نیکسٹ جو معاملہ ہوا حضرت زینب رضی اللہ عنہ سے نکاح کا معاملہ ہے. ان کا پہلا نکاح تو فیل بن حارث سے ہوا تھا حضرت زینب کا. دوسرا عبیدہ بن حارث سے ہوا تھا یعنی زینب بنت خزیمہ. ام المساکین ان کا لقب تھا. مطلب بہت زیادہ عبادت گزار تھی اور مساکین پہ بھی بہت زیادہ خرچ کرتی تھی تو اس وجہ سے ان کا لقب ام المساکین پڑ گیا. تو 4 ہجری میں رمضان 4 ہجری میں ان کے ساتھ نکاح ہوا. 400 درہم آپ صلی اللہ علیہ وسلم کا جو عموماً بیویوں کا حق مہر ہوتا تھا 400-500 درہم. تو آج کل چاندی کا کیا ریٹ ہے؟ بہرحال 400 درہم بھی تقریباً کوئی 105 تولے چاندی تو بن ہی جاتی ہے. ہاں 105 تولے. تو چاندی کا ریٹ جو ہے وہ اگر 4,000 ہے تو یہ 4 لاکھ سے تو زیادہ بن جائے گا. درہم پیسے کرنسی میں کریٹ نہیں کریں گے؟ کیا کرنسی میں کریٹ نہیں کریں گے؟ نہیں وہ درہم سے بعد یہ درہم نہیں ہے وہ وزن والا ہوتا تھا نا. وزن والا یعنی 200 درہم 52.5 تولے کے برابر ہوتے تھے. 200 درہم اور 400 درہم کا مطلب یہ ہے 105 تولے چاندی. 105 تولے چاندی مطلب اگر 1 تولہ چاندی 4,000 کی ہے تو 100 تولے چاندی تقریباً 4 لاکھ بن جائے گی. 4 لاکھ سے زیادہ حق مہر تھا. تو بنو حوازن سے ان کا تعلق تھا. ان کی جو ماں شریک بہن تھی حضرت میمونہ وہ بھی آپ صلی اللہ علیہ وسلم کے نکاح میں آئی. اخیافی بہن تھی لیکن ان کی وفات کے بعد کیونکہ یہ آپ صلی اللہ علیہ وسلم کی زوجیت میں بہت کم عرصہ رہی. مطلب 2 ماہ بعض لوگوں نے کہا 2 ماہ رہی یا بعض لوگوں نے جو ہے وہ 3 ماہ یا بعض نے 8 ماہ کا تذکرہ کیا. مطلب کم ہی عرصہ آپ کے ساتھ رہی. 30 برس کی مطلب چھوٹی عمر میں ان کی وفات ہو گئی تھی. آپ صلی اللہ علیہ وسلم نے خود ہی جنازہ پڑھایا. بقیع کے اندر ان کو دفن کیا گیا. تو حضرت زینب کے نام سے 2 تھی نا آپ صلی اللہ علیہ وسلم کی بیوی. زینب بنت خزیمہ اور زینب بنت جاش. وہ جو دوسری تھی ان کے ساتھ نکاح بعد میں ہوا. اس کے بعد حضرت ام سلمہ سے نکاح ہوا آپ صلی اللہ علیہ وسلم کا. یہ بنو مخزوم سے تھی. ان کی پہلی شادی جو ہے وہ ابو سلمہ سے ہوئی تھی اور وہ ابو سلمہ بھی آپ کے رضائی اور پھوپھی ذات بھائی تھے یعنی کزن بھی تھے آپ کے اور رضائی بھائی بھی تھے. ہاں بنو مخزوم چال کا قبیلہ. تو یہ دونوں میاں بیوی جو ہے حبشہ کی طرف انہوں نے ہجرت کی تھی. تو 4 ہجری میں ابو سلمہ جو ہے ان کی وفات ہوئی. تو ام سلمہ کا کہنا یہ تھا کہ ان کا اپنے شوہر سے بہت اچھا تعلق تھا. تو ایک مرتبہ انہوں نے اپنے شوہر سے کہا کہ میں نے سنا ہے کہ اگر شوہر فوت ہو جائے اور بیوی شادی نہ کرے تو اللہ عز و جل دونوں کو جنت میں جمع کریں گے. تو ہم یہ عہد کرتے ہیں کہ ہم میں سے کوئی فوت ہو گیا تو دوسرا شادی نہیں کرے گا. تو بہرحال مطلب بہت اچھا تعلق تھا. اس کا مطلب یہ میاں بیوی کا. لیکن اس پہ حضرت ابو سلمہ نے ان کو کہا تھا کہ دیکھو بات یہ ہے کہ اگر میں پہلے فوت ہو جاؤں تو میرا مشورہ یہ ہے کہ آپ عورتیں آپ شادی کر لینا. آپ اکیلے زندگی نہ گزارنا. خیر بار بلکہ وہ خود ہی بتاتی ہیں کہ انہوں نے مجھے دعا بھی دی کہ یا اللہ اگر میں پہلے فوت ہو جاؤں تو ان کو مجھ سے بہتر شوہر دینا. ہر تعلق اچھا تعلق تھا. تو حضرت ابو سلمہ کی وفات پہ ام سلمہ آپ کے پاس آئیں اور انہوں نے اطلاع دی اللہ کے رسول صلی اللہ علیہ وسلم کو. آپ کے ریلیٹیو بھی تھے, آپ کے کزن تھے اور ویسے رضائی بھائی بھی تھے. تو آپ صلی اللہ علیہ وسلم نے پھر انہیں یہ دعا کی کہ آپ یہ دعا کیا کریں کہ اللہ مجھے اور میرے شوہر کو بخش دے اور مجھے اس مصیبت میں اچھا بدلہ دے. تو اس پہ وہ یہ کہا کرتی تھی کہ میں یہ سوچتی تھی کہ ابو سلمہ سے اچھا بدلہ کیا ہو سکتا ہے. باہر روایتوں سے ملتا ہے کہ ان کا بہت اچھا میاں بیوی کا تعلق بہت اچھا تھا, مثالی تعلق تھا. تو خیر جب ان کی عدت گزری تو حضرت ابو بکر نے ان کا پیغام نکاح بھیجا لیکن انہوں نے جواب نہیں دیا.
फिर हज़रत उमर ने भेजा, इन्होंने जवाब नहीं दिया। अरबों में इस चीज़ को माइंड नहीं किया जाता था, हमारे यहाँ अब ये चीज़ें वो बड़ी वो महसूस होती है, वहाँ ये चीज़ बहुत नॉर्मल थी। अब रवायतों में देखते हैं ये चीज़ बहुत आम थी, कल्चर का हिस्सा थी। फिर अल्लाह के रसूल सल्लल्लाहु अलैहि वसल्लम ने पैगाम निकाह भेजा हज़रत हातिब बिन अबी बल्ता के ज़रिए से। तो उस पे उन्होंने कहा, 3 बातें कही। एक तो कि जी मतलब मैं शदीद गैरतमंद हूँ। अच्छा, आप इससे भी एक अंदाज़ा लगाएं, हज़रत शेखैन ने भी जो मतलब पैगाम निकाह भेजा, अब ऐसा नहीं होता था कि हर औरत की तरफ को पैगाम निकाह औरतें जो है वो ख़ानदानी औरतें थी। एक तो अपने कबीले की वजह से, बनु मखजूम कबीला था, अब दारी बात है, वो सरदारों वाला कबीला था, तो वो ख़ानदानी सिफ़ात आती थी उनके अंदर। उन ख़ानदानी सिफ़ात में एक लॉयल्टी बहुत ज़्यादा, वफादारी, ये चीज़ अब ये उनकी बातों में भी झलक रही है। एक बात उन्होंने कही थी, मैं तो शदीद गैरतमंद हूँ, मतलब शौकन बर्दाश्त नहीं कर सकते। आप देखें ना, उनके अपने शोहर के साथ भी जो ताल्लुक था ना, वो मतलब क्या है कि मेरे बाद शादी नहीं करनी ठीक, मेरे बाद शादी नहीं करनी। हालांकि इंसान ऐसे आम नहीं सोचता, जिंदगी में तो चले सोचता है, ठीक है, जिंदगी वो बंदा कहता है भाई ठीक है, जब मैं नहीं हूं तो अगला जो मर्जी करे। तो लेकिन ये है कि बाहर तो एक तो उन्होंने कहा जी मैं तो शदीद गैरतमंद हूँ, मतलब मुझसे शौकन बर्दाश्त नहीं हो सकती। क्या नहीं, ये सिर्फ इतनी बात की कि मैं शदीद गैरतमंद हूँ, उसका माना ये किया जाता है कि शौकन बर्दाश्त नहीं कर। दूसरी ये बात कही कि जी मेरे बच्चे हैं, मतलब आपको कंप्रोमाइज करना पड़ेगा, वो ये कहना चाह रही थी मेरे बच्चे हैं, ठीक है, बच्चों के बगैर तो माँ जो है वो नहीं रह सकती। तीसरा उन्होंने कहा कि जी मेरा कोई वली नहीं है, कोई बड़ा नहीं है जो कि कोई फैसला करे। औलाद बड़ी बात है कि औलाद पता नहीं अब उसको पसंद करती है, बड़ा तो जो घर का होता है ना, बाप दादा वगैरह, वो तो चले। औलाद के लिए तो वो माँ होती है ना। अब वो बाद में उनकी जवान भी थी, लगी बात तो खुद 1.5 उम्र थी, औलाद जवान थी, बल्कि इनके बेटे ने इनका निकाह करवाया। आमिर भाई ये क्या लगा हुआ है? मतलब ये कि मेरी बात है ਕੀ ਆਖਿਆ ਜੀ ਮਲਕ ਸਾਹਿਬ? मैं क्या ये क्या लगे है? ਇਹ ਸੀਰਤ ਦੇ ਉੱਤੇ ਲੈਕਚਰ ਲੱਗੇ ਆ, ਸੀਰਤ ਤੈयबा ਦੀ। अच्छा अच्छा अच्छा। हाँ जी मलक साहब, आप नए आए हैं, सलाम अलैकुम। वालेकुम सलाम। जी मलक साहब हुक्म करो। मैं पढ़ रहा हूँ, क्या कह रहे हैं? आप पाकिस्तान में होते हैं या जी जी पाकिस्तान में। कौन सी जगह? मैं लाहौर से हूँ। हाँ ये आप क्या, आपका सवाल मुस्लिम क्या क्या कह रहे हैं, समझाएं सही थोड़ा। ये आप मिर्ज़ा गुलाम कादियानी को जानते हैं? जी जी। आप क्या जानते हैं उनके बारे में? वो लैट्रीन में जो मरा था वो। चलो ਇਹ ਹਰ ਬੰਦੇ ਨੂੰ ਅੱਜ ਬਾਰ ਪੂਰੇ ਪਾਕਿस्तान क्यों? भाई वो लैट्रीन याद है बात है। ये आपको किसने बताया कि वो लैट्रीन में मरा था? है ना? ये सारा किसने को बताया पता है। आपको? क्यों बस उधर ही नहीं मरा, मुझे सारों को पता है कि मैं कहाँ से बड़ी बात है। नहीं, आपने कहीं से पढ़ा है या आपने सुना सुनाया कहीं से? सलाम वालेकुम। वालेकुम। मैं कहने आया हूँ कि ये मलक साहब, अगर आपको यूके का वीज़ा चाहिए तो बताएं, ये इन लोगों की बातों में ना आना। जी जी ठीक है, नहीं मैं इतना कच्चा नहीं, मुझे पता लग गया। मैं हम आपको वीज़ा देंगे
यूके का, ठीक है, आपकी शादी भी करवाएंगे, आपको जॉब भी देंगे यूके की। चाहते हैं आप? किस वास्ते? हाँ, मिर्जा साहब पे ईमान लेके आए। तेरा दिमाग तो नहीं खराब किसी खपची मां दिया बचिया? मिर्जा साहब से मान लिया, धी चौदा इतने वाला गंदा समझे चूड़िया मादर चौदा गालियां ने दे बराड़ ते गालियां लोग समझिया मैं भैन मैं अपना मान गवा बैठा ही ਉਹਦੇ ਤੇ ਕੰਜਰ ਦਾ ਮੈਂ ਲੈ ਆਵਾਂ ਈਮਾਨ ਖੋਤੀ ਰਿਹਾ ਬਚਿਆ ਯੂਕੇ ਦਾ ਤੁਮਨੇ ਕੀ ਹੋਣਾ ਮੈਂ ਜੇ ਵੀਜ਼ਾ ਲੈਣਾ ਯੂਕੇ ਦਾ ਤੇ ਯੂਕੇ ਦਾ ਮੈਂ ਵੀਜ਼ਾ ਦਊਂਗਾ ਉਹ ਬੰਦ ਕਰਨਾ ਇੱਕ ਵਾਰੀ अस्सलाम वालेकुम आमिर भाई,